सो इंट्रोडक्शन टू ए फ्लूइड। सब तो पहले देखते हैं कि व्हाट इज फ्लूइड। फ्लूइड इज ए सबसटेंस विच इज कैपेबल ऑफ फ्लोइंग। कहना फ्लूइड वो एक सबसटेंस है ਜਿਹੜਾ फ्लो कर सकता, या फ्लूइड इज ए सबसटेंस विच डिफॉर्म्स कंटिन्यूसली वैन सबजैक्टेड टू एक्सटर्नल शेयरिंग फोर्स। ਜਦੋਂ ਉਸ ਫਲੂਇਡ ਦੇ ਉੱਪਰ ਇੱਕ ਇਦਾਂ ਦਾ ਸਬਸਟੈਂਸ ਹੈ ਜਦੋਂ ਉਹਦੇ ਉੱਪਰ ਕੋਈ ਸ਼ੇਅਰਿੰਗ ਫੋਰਸ ਲੱਗਦੀ ਹੈ, ਠੀਕ ਹੈ, ਐਕਸਟਰਨਲੀ, ਤਾਂ ਉਹ ਜਿਹੜੀ ਚੀਜ਼ ਹੁੰਦੀ ਉਹ ਡਿਫਾਰਮ ਕਰ ਜਾਂਦੀ ਹੈ। ਆਪਾਂ ਜਨਰਲ ਲਾਈਫ ਦੇ ਵਿੱਚ ਵੀ ਦੇਖੀਏ ਫਲੂਇਡਸ ਦੀ ਐਗਜ਼ਾਮਪਲ ਜਿੱਦਾਂ ਵਾਟਰ ਹੈ, ਆਇਲ ਹੈ, ਠੀਕ ਹੈ, ਪੈਟਰੋਲ ਹੈ, ਕੈਰੋਸਿਨ ਹੈ, ਮਿਲਕ ਹੈ, ਠੀਕ ਹੈ, ਗੈਸਿਸ ਹੈ, ਇਹ ਸਾਰੀਆਂ, 에ਅਰ ਹੈ, ਇਹ ਸਾਰੇ ਕੀ ਹੈ, ਸਾਰੇ ਫਲੂਇਡਸ ਹੈ। ਫਲੂਇਡ ਕੀ ਹੈ? ਉਹ ਸਬਸਟੈਂਸ ਜਿਹੜਾ ਕਿ ਫਲੋ ਕਰ ਸਕਦਾ, ਵਿਚ ਇਜ਼ ਕੈਪੇਬਲ ਆਫ ਫਲੋਇੰਗ, ਉਹਨੂੰ ਆਪਾਂ ਕਹਿੰਦੇ ਦੈਟ ਇਜ਼ ਫਲੂਇਡ। ਹੁਣ ਦੋ ਕੈਟਾਗਰੀ ਦੇ ਵਿੱਚ ਫਲੂਇਡ ਡਿਵਾਈਡ ਹੋ ਸਕਦਾ। ਵਨ ਇਜ਼ योर ਲਿਕੁਇਡ ਐਂਡ ਅਨਦਰ ਵਨ ਇਜ਼ योर ਗੈਸਿਸ। ਗੈਸਿਸ ਦੇ ਵਿੱਚ ਅਸੀਂ ਵੇਪਰਸ ਨੂੰ ਵੀ ਇਨਕਲੂਡ ਕਰ ਲੈਂਦੇ ਹਾਂ। ਲਿਕੁਇਡਸ ਕੀ ਹੈ? ਲਿਕੁਇਡਸ ਆਕੂਪਾਈ ਅ ਡੈਫੀਨਿਟ ਵੋਲਿਊਮ। ਸਾਨੂੰ ਸਾਰਿਆਂ ਨੂੰ ਪਤਾ ਕਿ ਲਿਕੁਇਡਸ ਦਾ ਇੱਕ ਡੈਫੀਨਿਟ ਵੋਲਿਊਮ ਹੈ ਐਂਡ ਆਰ ਨਾਟ ਅਫੈਕਟਿਡ ਐਪਰੀਸ਼ੀਏਬਲੀ ਬਾय द ਕੰਪਰੈਸ਼ਨ ਔਰ द ਚੇਂਜ ਇਨ ਟੈਂਪਰੇਚਰ। ਲਿਕੁਇਡਸ ਜਿਹੜੇ ਹੁੰਦੇ ਆ ਉਹ ਕੰਪਰੈਸ਼ਨ ਦੇ ਨਾਲ, ਜਿਹਨੂੰ ਕੰਪਰੈਸ ਕਰੀਏ ਜਾਂ ਟੈਂਪਰੇਚਰ ਦੇ ਵਿੱਚ ਥੋੜੀ ਬਹੁਤੀ ਡਿਫਲੈਕਸ਼ਨ ਕਰੀਏ, ਉਹਦੇ ਨਾਲ ਉਹ ਚੇਂਜਸ ਨਹੀਂ ਹੁੰਦੇ, ਠੀਕ ਹੈ। ਜਿੱਦਾਂ ਵਾਟਰ ਹੈ, ਵਾਟਰ ਇਜ਼ ਐਨ ਐਗਜ਼ਾਮਪਲ ਆਫ ਲਿਕੁਇਡ। ਵਾਟਰ ਨੂੰ 25 ਡਿਗਰੀ ਤੇ ਰੱਖ ਦਿਓ, 30 ਡਿਗਰੀ ਤੇ ਰੱਖ ਦਿਓ, ਵਨ ਐਂਡ ਦਾ ਸੇਮ ਥਿੰਗ ਹੈ, ਠੀਕ ਹੈ। ਗੈਸਿਸ ਜਾਂ ਵੇਪਰਸ ਦੀ ਗੱਲ ਕਰੀਏ, ਰੈਡੀਲੀ ਰਿਸਪੌਂਡ ਟੂ ਦ ਚੇਂਜ ਇਨ ਟੈਂਪਰੇਚਰ, ਠੀਕ ਹੈ। ਇੱਕਦਮ ਟੈਂਪਰੇਚਰ ਤੋਂ ਕੀ ਹੁੰਦਾ, ਉਹ ਚੇਂਜ ਕਰਦੇ ਆ, ਠੀਕ ਹੈ, ਇੱਕਦਮ ਰਿਸਪੌਂਡ ਕਰਦੇ ਆ ਜਦ ਟੈਂਪਰੇਚਰ ਦੇ ਵਿੱਚ ਚੇਂਜ ਹੋ ਜਾਵੇ। ਲਿਕੁਇਡ ਦੇ ਵਿੱਚ ਇੱਦਾਂ ਨਹੀਂ ਹੈਗਾ। ਲਿਕੁਇਡਸ, ਅਨਲਾਈਕ ਲਿਕੁਇਡਸ, ਦੇ ਡੂ ਨਾਟ ਆਕੂਪਾਈ ਅ ਡੈਫੀਨਿਟ ਵੋਲਿਊਮ। ਲਿਕੁਇਡਸ ਦੇ ਵਿੱਚ ਕੀ ਸੀਗਾ, ਉਹ ਡੈਫੀਨਿਟ ਵੋਲਿਊਮ ਆਕੂਪਾਈ ਕਰਦੇ ਸੀਗੇ, ਪਰ ਗੈਸਿਸ ਦੇ ਵਿੱਚ ਦੇ ਡੂ ਨਾਟ ਆਕੂਪਾਈ ਅ ਡੈਫੀਨਿਟ ਵੋਲਿਊਮ ਬਟ ਕਨਫਰਮ ਟੂ ਦ ਸ਼ੇਪ ਐਂਡ ਵੋਲਿਊਮ ਆਫ ਦ ਵੈਸਲ ਦੈਟ ਕੰਟੇਨਸ ਦੈਮ, ਠੀਕ ਹੈ। ਉਹ ਤਾਂ ਲਿਕੁਇਡਸ ਦੇ ਵਿੱਚ ਵੀ ਹੈ ਵੀ ਜਿੱਦਾਂ ਦੀ ਵੈਸਲ ਦੀ ਸ਼ੇਪ ਹੋਏਗੀ ਉੱਦਾਂ ਦੀ ਸ਼ੇਪ ਕੀ ਆ ਉਹ ਲੈ ਲੈਂਦੇ ਆ। ਤਾਂ ਵਿਦ ਐਨ ਇਨਕਰੀਜ਼ ਇਨ ਪ੍ਰੈਸ਼ਰ ਗੈਸਿਸ ਐਂਡ ਵੇਪਰਸ ਆਰ ਕੈਪੇਬਲ ਆਫ ਬੀਇੰਗ ਕੰਪਰੈਸਡ ਟੂ ਏ ਕੰਸੀਡਰੇਬਲੀ ਸਮਾਲ ਵੋਲਿਊਮ। ਜਦੋਂ ਅਸੀਂ ਪ੍ਰੈਸ਼ਰ ਨੂੰ ਇਨਕਰੀਜ਼ ਕਰ ਦਿੰਦੇ ਹਾਂ, ਜਿੱਦਾਂ ਹੁਣ 에ਅਰ ਹੈ, ਠੀਕ ਹੈ, ਕੰਪਰੈਸਰ ਕੀ ਕਰਦਾ, 에ਅਰ ਨੂੰ ਕੰਪਰੈਸ ਕਰ ਦਿੰਦਾ। ਉਹਦਾ ਜਦੋਂ ਪ੍ਰੈਸ਼ਰ ਇਨਕਰੀਜ਼ ਕਰ ਦਿੰਦੇ ਹਾਂ ਤਾਂ ਆਪਾਂ ਉਸ ਚੀਜ਼ ਨੂੰ ਕੰਪਰੈਸ ਈਜ਼ੀਲੀ ਕਰ ਸਕਦੇ ਹਾਂ, ਠੀਕ ਹੈ। ਸੋ ਗੈਸਿਸ ਔਰ ਲਿਕੁਇਡ ਦੀ ਪ੍ਰੋਪਰਟੀਜ਼ ਕੀ ਹੈ, ਡਿਫਰ ਕਰ ਰਹੀਆਂ, ਪਰ ਦੋਨੋਂ ਨੂੰ ਅਸੀਂ ਕਿਹਦੇ ਅੰਡਰ ਕੈਟਾਗਰਾਈਜ਼ ਕੀਤਾ, ਦੋਨੋਂ ਕੀ ਹੈਗੇ, ਸਾਡੇ ਫਲੂਇਡ ਹੈਗੇ ਆ। ਹੁਣ ਕਹਿੰਦਾ ਤੁਹਾਡੇ ਕੋਲ ਨਿਊਟਨ ਲਾਅ ਆਫ ਵਿਸਕੋਸਿਟੀ। ਨਿਊਟਨ ਲਾਅ ਆਫ ਵਿਸਕੋਸਿਟੀ, ਨਿਊਟਨ ਲਾਅ ਆਫ ਵਿਸਕੋਸਿਟੀ ਕੀ ਕਹਿੰਦਾ? ਇਟ ਸਟੇਟਸ ਦੈਟ ਦ ਸ਼ੀਅਰ ਸਟ੍ਰੈਸ, ਠੀਕ ਹੈ। ਇੱਥੇ ਆਪਾਂ ਗੱਲ ਕੀਤੀ ਸੀ, ਦੇਖੋ ਉੱਪਰ ਐਕਸਟਰਨਲ ਸ਼ੇਅਰਿੰਗ ਫੋਰਸ। ਅਸੀਂ ਕਿਹਾ ਸੀਗਾ ਕਿ ਫਲੂਇਡ ਉਹ ਸਬਸਟੈਂਸ ਹੈ ਕਿ ਜਿਹਦੇ ਉੱਪਰ ਜਦੋਂ ਸ਼ੇਅਰਿੰਗ ਫੋਰਸ ਲੱਗਦੀ ਹੈ ਤਾਂ ਉਹ ਡਿਫਾਰਮ ਕਰ ਜਾਂਦਾ, ਠੀਕ ਹੈ, ਉਹਦੇ ਵਿੱਚ ਚੇਂਜਸ ਆ ਜਾਂਦੀਆਂ। ਹੁਣ ਨਿਊਟਨ ਲਾਅ ਆਫ ਵਿਸਕੋਸਿਟੀ ਕੀ ਕਹਿ ਰਿਹਾ ਕਿ ਦ ਸ਼ੀਅਰ ਸਟ੍ਰੈਸ of a fluid on a fluid element layer is directly proportional to the rate of shear strain। ਮਤਲਬ ਜਿਹੜੀ ਸ਼ੀਅਰ ਸਟ੍ਰੈਸ ਲੱਗਦੀ ਹੈ ਕਿਸੇ ਵੀ ਫਲੂਇਡ ਦੀ ਲੇਅਰ ਦੇ ਉੱਪਰ, ਠੀਕ ਹੈ, ਉਹ ਕਿਹਦੇ ਪ੍ਰਪੋਰਸ਼ਨਲ ਹੈ? ਉਹ ਡਾਇਰੈਕਟਲੀ ਪ੍ਰਪੋਰਸ਼ਨਲ ਹੈ ਰੇਟ ਆਫ ਸ਼ੀਅਰ ਸਟ੍ਰੇਨ, ਠੀਕ ਹੈ। ਰੇਟ ਆਫ ਸ਼ੀਅਰ ਸਟ੍ਰੇਨ ਦਾ ਮਤਲਬ ਵੈਲੋਸਿਟੀ ਗ੍ਰੇਡੀਐਂਟ, dv upon dy। ਵੈਲੋਸਿਟੀ ਗ੍ਰੇਡੀਐਂਟ ਦਾ ਕੀ ਮਤਲਬ ਹੈ? dv upon dy। ਜਿੱਦਾਂ ਇੱਕ ਲੇਅਰ ਦੇ ਉੱਪਰ ਇੱਕ ਲੇਅਰ ਹੈ, ਠੀਕ ਹੈ, ਵੈਲੋਸਿਟੀ ਸਟਾਰਟਿੰਗ ਦੇ ਵਿੱਚ ਕੁਝ ਹੋਰ ਹੈ, ਠੀਕ ਹੈ, ਬਾਅਦ ਦੇ ਵਿੱਚ ਕੁਝ ਹੋਰ ਬਣ ਗਈ। ਸਟਾਰਟਿੰਗ ਦੇ ਵਿੱਚ ਵੈਲੋਸਿਟੀ v1 ਸੀਗੀ, ਬਾਅਦ ਦੇ ਵਿੱਚ ਕੁਝ ਡਿਸਟੈਂਸ ਤੋਂ ਬਾਅਦ ਕੀ ਹੈ, ਵੈਲੋਸਿਟੀ ਉਹਦੀ v2 ਬਣ ਗਈ। ਸੋ ਉਹ ਕੀ ਹੈ, ਦੈਟ ਇਜ਼ ਦਾ ਵੈਲੋਸਿਟੀ ਗ੍ਰੇਡੀਐਂਟ, dv upon dy। ਸੋ ਜਾਂ ਮੈਂ ਕਹਾਂ ਨਿਊਟਨ ਲਾਅ ਆਫ ਵਿਸਕੋਸਿਟੀ, ਆਪਾਂ ਹੋਰ ਕੀ ਕਹਿ ਸਕਦੇ ਹਾਂ? it states that the shear stress between the adjacent fluid layers is proportional to the velocity gradient। ਕਹਿੰਦਾ it is directly proportional to the rate of shear strain ਕਹਿ ਲਓ ਇਹਨੂੰ, ਜਾਂ proportional to the velocity gradient, ਠੀਕ ਹੈ। shear stress is directly proportional to rate of shear strain। rate of shear strain ਨੂੰ ਹੋਰ ਆਪਾਂ ਕੀ ਕਹਿਤਾ ਹੈ? that is the velocity gradient, ਜਿਹਨੂੰ ਆਪਾਂ ਨਾਮ ਦਿੱਤਾ dv upon dy। ਹੁਣ shear stress is equal to mu into dv upon dy, ठीक है। The fluids which obey the above relation are known as the Newtonian fluids। ਜਿਹੜੇ fluids ਇਸ relation ਨੂੰ obey ਕਰਦੇ ਹੈ, ਇਸ law ਨੂੰ obey ਕਰਦੇ ਹੈ, ਕਿਹੜਾ law? ਕਿ shear stress is directly proportional to rate of shear strain। ਜਿਹੜੇ fluids ਇਸ law ਨੂੰ obey ਕਰਦੇ ਹੈ ਉਹਨਾਂ ਨੂੰ ਆਪਾਂ ਕਹਿ ਦਿੱਤਾ Newtonian fluids। ਤੇ ਜਿਹੜੇ fluids ਇਸ relation ਨੂੰ obey ਨਹੀਂ ਕਰਦੇ, ਇਸ law ਨੂੰ obey ਨਹੀਂ ਕਰਦੇ, ਉਹਨਾਂ ਨੂੰ ਆਪਾਂ ਕਹਾਂਗੇ that is the non Newtonian fluids। ਨਿਊਟਨ ਲਾਅ ਆਫ ਵਿਸਕੋਸਿਟੀ ਕੀ ਹੈ ਕਿ shear stress is directly proportional to rate of shear strain।
या shear stress is directly proportional to the velocity gradient। ठीक है, ਹੁਣ ਜਿਹੜਾ ਕੋਈ ਫਲੂਇਡ ਇਸ ਲਾਅ ਨੂੰ ਓਬੇ ਕਰੇਗਾ ਉਹਨੂੰ ਆਪਾਂ ਕਹਾਂਗੇ ਨਿਊਟੋਨੀਅਨ ਫਲੂਇਡ, ਜਿਹੜਾ ਫਲੂਇਡ ਇਸ ਲਾਅ ਨੂੰ ਓਬੇ ਨਹੀਂ ਕਰੇਗਾ ਉਹਨੂੰ ਆਪਾਂ ਕਹਾਂਗੇ ਨॉन ਨਿਊਟੋਨੀਅਨ ਫਲੂਇਡ। ਇੰਨੀ ਗੱਲ ਕਲੀਅਰ ਹੈ ਜੀ? हाँ जी सर क्लियर है। ओके, ਹੁਣ ਅੱਗੇ ਆਂਦਾ ਤੁਹਾਡੇ ਕੋਲ ਟਾਈਪਸ ਆਫ ਫਲੂਇਡਸ। ਫਲੂਇਡ ਕਿੰਨੀ ਤਰ੍ਹਾਂ ਦੇ ਹੁੰਦੇ ਆ, ठीक है, आइडल फ्लूइड है, उस तो बाद आपको रियल फ्लूइड, न्यूटोनियन, नॉन न्यूटोनियन, प्लास्टिक फ्लूइड एंड थाइक्सोट्रोपिक फ्लूइड या सबसटेंस। ਇਹਦੀ ਗੱਲ ਕਰਦੇ ਆ। ਸਭ ਤੋਂ ਪਹਿਲਾਂ ਹੈ ਜੀ ਆਈਡੀਅਲ ਫਲੂਇਡ। ਆਈਡੀਅਲ ਫਲੂਇਡ ਦਾ ਮਤਲਬ ਹੈ ਅ ਫਲੂਇਡ ਵਿਚ ਇਜ਼ ਇਨਕੰਪਰੈਸਿਬਲ। ਉਹ ਫਲੂਇਡ ਜਿਹੜਾ ਇਨਕੰਪਰੈਸਿਬਲ ਹੋਵੇ ਤਾਂ ਉਹਦੀ ਹੈਜ਼ ਨੋ ਵਿਸਕੋਸਿਟੀ ਐਂਡ ਨੋ ਸ਼ੇਅਰਿੰਗ ਰੈਜ਼ਿਸਟੈਂਸ। तो उस फ्लूइड की कोई वेलोसिटी, कोई विस्कोसिटी नहीं हैगी, कोई भी शेयरिंग रेजिस्टेंस नहीं हैगी। इदा के फ्लूइड को आप कहने आइडियल फ्लूइड या परफेक्ट फ्लूइड। एक्चुअली होंदा की है, जिदा मैं कहां कि कोई आइडियल मशीन है, ठीक है, आइडियल मशीन का मतलब है कि जिन्नी तुसी 100% जो इनपुट है तो 100% ही आउटपुट आएगी। मतलब जिन्नी इनपुट दे रहे उन्नी ही तुहाडे कोल आउटपुट आती पई है। पर इदा होंदा एक्चुअल दे विच? इदा कदे नहीं होंदा, नहीं होंदा ना, लॉसिस होंदे हैं हमेशा। बेटा जिन्नी इनपुट होएगी उन्नी आउटपुट आती है? नो सर, नहीं आती, कदे भी नहीं आती। सो इस इदा ही जो आइडियल फ्लूइड होएगा वो की है, कहता कि विच इज इनकंप्रैसिबल एंड हैज नो विस्कोसिटी, नो शेयरिंग रेजिस्टेंस। ना वो कंप्रैस किया जा सकता, ना वो कोई विस्कोसिटी है, तो ना वो कोई शेयरिंग रेजिस्टेंस है। एक्चुअल दे विच इदा दा फ्लूइड नहीं होंदा, ठीक है, इदा दा फ्लूइड एग्जिस्ट ही नहीं करता नेचर दे विच। पर ये जोड़े फ्लूइड्स है असी इमेजिनरी फ्लूइड भी इनू कहने आइडियल फ्लूइड। क्यों? इदा दे फ्लूइड्स नू असी सिर्फ एक रैफरेंस परपज़ दे वास्ते लैंदे हैं। इदा दा फ्लूइड की है एक्चुअल दे विच एग्जिस्ट नहीं करता, तो असी इनू की करते हैं सिर्फ असी रैफरेंस परपज़ दे वास्ते लैंदे हैं, ठीक है। दीज आर द इमेजिनरी फ्लूइड्स एंड सच टाइप ऑफ फ्लूइड, ठीक है, डज नॉट एग्जिस्ट। इदा दा कोई फ्लूइड नहीं होएगा जिहदी कोई विस्कोसिटी, शेयरिंग रेजिस्टेंस नहीं होएगी, ठीक है जी। पर असी लिक्विड्स के केस के विच वाटर नू, ठीक है, असी कंसीडर कर लें इस कैटेगरी दे विच, और गैसिस के केस के विच आपां एयर नू कंसीडर कर लें, ठीक है। क्यों करते हैं? क्यों करते हैं? क्योंकि ये जोड़े फ्लूइड्स है इन्हां दी जिहड़ी विस्कोसिटी बहुत ज़्यादा घट हैगी है, और लिक्विड के केस के विच असी वाटर नू करते हैं रैफरेंस परपज़ के वास्ते, ठीक है, और गैसिस के केस के विच असी एयर नू कंसीडर करते हैं, वो भी की है रैफरेंस परपज़ के वास्ते। एक्चुअल दे विच आइडियल फ्लूइड कोई एग्जिस्ट करता ही नहीं, ठीक है, सिर्फ ये इमेजिनरी फ्लूइड्स है, और असी रैफरेंस परपज़ के वास्ते लिक्विड्स के केस के विच वाटर कंसीडर करते हैं, और गैसिस के केस के विच एयर नू कंसीडर करते हैं, ठीक है जी। मैथेमैटिकल कैलकुलेशंस के वास्ते, एनालिसिस के वास्ते, रिसर्च के वास्ते, ठीक है, रैफरेंस परपज़ के वास्ते इन्हां चीज़ों के वास्ते असी इनू कंसीडर करते हैं। उस तो बाद आंदा तुहाडे कोल रियल फ्लूइड। रियल फ्लूइड जिहड़ा हैगा बिल्कुल अपोजिट आइडियल फ्लूइड तो, कहता कि वो फ्लूइड जिहदे विच विस्कोसिटी भी है, सरफेस टेंशन भी है, कंप्रैसिबिलिटी भी है, ठीक है, उस उन्हां फ्लूइड्स नूं आपां कहंदे आ रियल फ्लूइड्स। हुण जे एक्चुअल दे विच इमेजिनरी आइडियल फ्लूइड्स नहीं एग्जिस्ट करते तो जिन्ने भी फ्लूइड्स होणगे ऑलमोस्ट सारे के सारे रियल फ्लूइड्स ही है, ठीक है, क्योंकि फ्लूइड दे विच कोई ना विस्कोसिटी की भी कोई वैल्यू होएगी, कंप्रैस भी किया जा सकता, सरफेस टेंशन, ये सारे पैरामीटर्स होंगे। सो रियल फ्लूइड्स दे विच की है, विस्कोसिटी भी है, शेयरिंग फोर्स भी होएगी, कंप्रैसिबिलिटी भी होएगी, सरफेस टेंशन भी होएगी, उन्होंने आपां क्या 2000 दा रियल फ्लूइड्स। एक्चुअल दे विच जिन्ने फ्लूइड्स है सारे रियल फ्लूइड्स ही होंगे है, ठीक है जी। क्लीयर? इन्नी गल क्लीयर बेटा? यस सर। ओके, हाँ जी सर। उस तो बाद आंदा न्यूटोनियन एंड नॉन न्यूटोनियन फ्लूइड। आपां हुणे गल कीती कि वो फ्लूइड जिहड़े कि न्यूटन लॉ ऑफ विस्कोसिटी नूं ओबे करनगे, ਜਿਹੜੇ फ्लूइड्स न्यूटन लॉ ऑफ विस्कोसिटी ਨੂੰ ओबे ਕਰਨਗੇ ਉਹਨਾਂ ਨੂੰ ਆਪਾਂ ਕਹਿੰਦੇ ਆ ਨਿਊਟੋਨੀਅਨ फ्लूइड्स, ਤੇ ਜਿਹੜੇ फ्लूइड्स न्यूटन लॉ ऑफ विस्कोसिटी ਨੂੰ ओबे नहीं ਕਰਦੇ ਉਹਨਾਂ ਨੂੰ ਆਪਾਂ ਕਹਿੰਦੇ ਆ नॉन न्यूटोनियन फ्लूइड्स। ਹੁਣ न्यूटन लॉ ऑफ विस्कोसिटी ਕੀ ਹੈ? ਉਹ ਆਪਾਂ ਕਹਿ ਸਕਦਾ ਕਿ shear stress is directly proportional to rate of shear strain, ਜਾਂ मैं कਹਾਂ shear stress is directly proportional to the velocity gradient, ठीक है, दिस इज द वेलोसिटी ग्रेडियंट du upon dy, ठीक है। हुण
shear stress is directly proportional to rate of shear strain. जो fluid इनू obey करेगा इस law ਨੂੰ, ठीक है, that will be the Newtonian. मीनस जस्ट सिंपल ਆਪਾਂ कह दईए कि ਉਹ fluid ਜਿਨ੍ਹਾਂ ਨੇ ਨਿਊਟਨ ਲਾਅ ਆਫ ਵਿਸਕੋਸਿਟੀ ਨੂੰ ਓਬੇ ਕੀਤਾ ਜਾਂ ਓਬੇ ਕਰਦੇ ਆ ਉਹਨਾਂ ਨੂੰ ਆਪਾਂ ਕੈਟਾਗਰਾਈਜ਼ ਕੀਤਾ ਨਿਊਟੋਨੀਅਨ ਫਲੂਇਡ। ਜਿਹੜੇ ਫਲੂਇਡਸ, ਠੀਕ ਹੈ, ਨਿਊਟਨ ਲਾਅ ਆਫ ਵਿਸਕੋਸਿਟੀ ਨੂੰ ਓਬੇ ਨਹੀਂ ਕਰਦੇ ਉਹਨਾਂ ਨੂੰ ਆਪਾਂ ਕਹਿਤਾ that is the non Newtonian fluid. Clear? यस सर। ओके, अगे आंदा तुहाडे कोल प्लास्टिक फ्लूइड, ठीक है, आइडियल प्लास्टिक फ्लूइड और बिंगम फ्लूइड। हुण आ देखो, आ एक ग्राफ देखो, ठीक है, इस ग्राफ दे विच एक पासे है शीयर स्ट्रेस वर्टिकल कंपोनेंट, एक पासे है शीयर स्ट्रेन। शीयर स्ट्रेन नूं आपां की कहंदे सी, वो आपां वेलोसिटी ग्रेडियंट भी कहंदे हैं। वर्टिकल एक्सिस दे उपर की है शीयर स्ट्रेस और हॉरिजॉन्टल एक्सिस दे उपर की है शीयर स्ट्रेन, दैट इज द वेलोसिटी ग्रेडियंट। हुण ਜਿਹੜੇ ਫਲੂइड न्यूटन लॉ ऑफ विस्कोसिटी ਨੂੰ ओबे करते हैं, मतलब शीयर स्ट्रेस इज डायरैक्टली प्रोपोर्शनल टू रेट ऑफ शीयर स्ट्रेन, ठीक है, वो ये चीज़ है। जिदा जिदा शीयर स्ट्रेस चेंज होएगी शीयर स्ट्रेन भी चेंज होएगी, ठीक है, आ वाली लाइन है, दैट इज दिस इज द न्यूटोनियन फ्लूइड, दिस इज द न्यूटोनियन फ्लूइड। तो जेडे फ्लूइड्स उस लॉ ਨੂੰ ओबे नहीं करते, ठीक है, दैट इज द नॉन न्यूटोनियन फ्लूइड, आ वाला आ गया, ठीक है। और आइडियल फ्लूइड ਆਪਾਂ ਕਿਹਨੂੰ ਕਿਹਾ, ਆ ਜਿਹੜਾ ਹੌਰੀਜ਼ੌਂਟਲ ਐਕਸਿਸ ਹੈ, ठीक है, ਇਹਦੇ ਉੱਪਰ ਸ਼ੋ ਕੀਤਾ ਆਪਾਂ ਆइडियल फ्लूइड। ਆइडियल फ्लूइड ਆਪਾਂ ਕਿਹਨੂੰ ਕਿਹਾ, ਆइडियल फ्लूइड ਕਿਹੜਾ ਹੈ ਜਿਹਦੇ ਵਿੱਚ ਕੋਈ ਵਿਸਕੋਸਿਟੀ ਨਹੀਂ ਹੈਗੀ, ਕੋਈ ਸ਼ੀਅਰਿੰਗ ਰੈਜ਼ਿਸਟੈਂਸ ਨਹੀਂ ਹੈਗੀ, ठीक है, ਆਪਾਂ ਨੂੰ ਕੰਪਰੈਸ ਨਹੀਂ ਕਰ ਸਕਦੇ, दैट इज द आइडियल फ्लूइड, ठीक है। ਜਾਂ ਮੈਂ ਕਹਾਂ ਉਹ ਵੈਲੋਸਿਟੀ ਗ੍ਰੇਡੀਐਂਟ ਦੇ ਬਰਾਬਰ ਹੈ ਬਸ, ठीक है, ਉਹਦੇ ਵਿੱਚ ਕਿਸੇ ਤਰ੍ਹਾਂ ਦੀ ਸ਼ੀਅਰ ਸਟ੍ਰੈਸ ਨਹੀਂ ਹੈਗੀ, ठीक है, दैट इज द आइडियल फ्लूइड। ਹੁਣ इस वर्टिकल एक्सिस के उपर शो किया आइडियल सॉलिड। आइडियल सॉलिड का मतलब है कि कोई वेलोसिटी ग्रेडियंट नहीं हैगा, शीयर स्ट्रेस हैगी है, ठीक है, शीयर स्ट्रेस की वैल्यू हैगी है, पर कोई भी ये शीयर स्ट्रेन नहीं एग्जिस्ट करती पई। तो जे शीयर स्ट्रेन एग्जिस्ट ही नहीं करती पई, ठीक है, तो वो की होएगा, दैट विल बी द आइडियल सॉलिड, और सॉलिड ही होएगा एक तरह का, ठीक है, दैट इज नॉट ए लिक्विड। हुण गल आंदी है प्लास्टिक फ्लूइड की। Plastic fluid is in which the shear stress is more than the yield value and shear stress is proportional to rate of shear strain. देखो सेकंड लाइन पढ़ो कि shear stress is proportional to rate of shear strain। एक ही है, ये न्यूटन लॉ ऑफ विस्कोसिटी है, shear stress is proportional to rate of shear strain। कहता है तो न्यूटन लॉ ऑफ विस्कोसिटी ਨੂੰ ओबे करदा प्लास्टिक फ्लूइड, पर एक ਇਹਦੇ ਵਿੱਚ ਹੋਰ ਕੰਡੀਸ਼ਨ ਆ ਗਈ ਹੈ ਕਿ ਜਿਹੜਾ shear stress है वो yield value ਤੋਂ ਜ਼ਿਆਦਾ ਹੁੰਦਾ, that is more than the yield value। न्यूटोनियन फ्लूइड आ वाला फ्लूइड है जी स्ट्रेट लाइन है, ये भी की है शीयर स्ट्रेस इज डायरेक्टली प्रोपोर्शनल टू शीयर स्ट्रेन। आइडियल प्लास्टिक फ्लूइड की है, इत्थों लाइन स्टार्ट हो रही है, ये भी की है स्ट्रेट लाइन है, पर ये की है जी वैल्यू है शीयर स्ट्रेस इज डायरेक्टली प्रोपोर्शनल टू शीयर स्ट्रेन तो है, पर शीयर स्ट्रेस की जी वैल्यू है दैट इज मोर दैन द यील्ड वैल्यू। देखो आ चीज़ इत्थों स्टार्ट है, आ चीज़ इत्थों स्टार्ट है, ठीक है। जिदा तुहाडे कोल इत्थे एग्जाम्पल दी है सीवेज स्लज, ठीक है, या तुहाडे कोल ड्रिलिंग मड्स, मायोनीज, ठीक है, मक्खन हो गया, ठीक है, ये सारियां जी एग्जाम्पल्स है प्लास्टिक फ्लूइड की एग्जाम्पल्स है। सीवेज तो भी जो गंद निकलता वो की होंगे जो स्लज होंगे, ठीक है, उन्होंने आप कहने वो प्लास्टिक फ्लूइड है, ठीक है। जो असी जो बटर होंगे दैट इज ऑल्सो ए प्लास्टिक फ्लूइड, मायोनीज तुम यूज़ करते हो दैट इज ऑल्सो ए प्लास्टिक फ्लूइड। सो प्लास्टिक फ्लूइड की हो गया, न्यूटन लॉ ऑफ विस्कोसिटी तो ओबे कर रहा, शीयर स्ट्रेस इज डायरेक्टली प्रोपोर्शनल टू शीयर स्ट्रेन, पर ਉਹਦੇ ਵਿੱਚ शीयर स्ट्रेस की जी वैल्यू है दैट इज मोर दैन द यील्ड वैल्यू, ठीक है, तो उदों आप कहने दैट इज द प्लास्टिक फ्लूइड। अगे आते थोड़े को थाइक्सोट्रोपिक सबसटेंस, वो सबसटेंस विच इज ए नॉन न्यूटोनियन फ्लूइड। देखो आ नॉन न्यूटोनियन फ्लूइड सीगा, ठीक है, आ भी की है, दिस इज ऑल्सो ए नॉन न्यूटोनियन थाइक्सोट्रोपिक फ्लूइड, ठीक है, ये भी एक तरह का नॉन न्यूटोनियन फ्लूइड है एंड हैज ए नॉन लीनियर रिलेशनशिप between the shear stress and the rate of angular deformation, ठीक है। shear stress ਦੇ ਵਿੱਚ और angular deformation कितनी हो रही है, ਉਹਦੇ ਵਿੱਚ कोई ਉਹਦੇ ਵਿੱਚ ਕੀ ਹੈ non linear relationship है, ठीक है, and this is also beyond an initial yield stress, ठीक है, आ भी की है yield stress तो ऊपर है दी वैल्यू, ठीक है। और इसदा ਦੇ ਆਪਾਂ fluids ਨੂੰ ਕੀ ਕਹਿੰਦੇ ਆ थाइक्सोट्रोपिक substance। देखो एक तो नॉन न्यूटोनियन हो गए, मतलब न्यूटन लॉ ऑफ विस्कोसिटी ने ओबे नहीं किया, ठीक है, और यदि जी वैल्यू है दैट इज ऑल्सो द बियॉन्ड यील्ड स्ट्रेस, यील्ड स्ट्रेस तो ऊपर ही वैल्यू है, तो ही इतों स्टार्ट हो रहे हैं।
ਪਲਾਸਟਿਕ ਫਲੂਇਡ ਦੀ ਜਿਹੜੀ ਵੈਲਿਊ ਸੀਗੀ ਉਹ ਵੀ ਹੀਲਡ ਵੈਲਿਊ ਤੋਂ ਜ਼ਿਆਦਾ ਸੀਗੀ, ਉਹ ਵੀ ਇੱਥੋਂ ਸਟਾਰਟ ਹੋਏ ਹੈ, ਸਟਾਰਟ ਇਹ ਵੀ ਇੱਥੋਂ ਹੋਏ ਹੈ ਥਾਈਕਸੋਟ੍ਰੋਪਿਕ ਫਲੂਇਡਸ। ਪਰ ਇਹ ਕੀ ਹੈ, ਨਿਊਟਨ ਲਾਅ ਆਫ ਵਿਸਕੋਸਿਟੀ ਨੂੰ ਓਬੇ ਨਹੀਂ ਕਰਦੇ। ਐਗਜ਼ਾਮਪਲ ਪ੍ਰਿੰਟਰ ਦੀ ਜਿੱਦਾਂ ਇੰਕ ਹੈ, that is a sort of thixotropic fluid, thixotropic substance। ਉਸ ਤੋਂ ਬਾਅਦ ਆਉਂਦਾ ਤੁਹਾਡੇ ਕੋਲ ਫਲੂਇਡ ਮਕੈਨਿਕਸ ਤਾਂ ਉਹਦੀਆਂ ਬ੍ਰਾਂਚਿਸ। ਫਲੂਇਡ ਮਕੈਨਿਕਸ ਕੀ ਹੈ, ਹਾਈਡ੍ਰੋਲਿਕਸ ਵੀ ਕਹਿੰਦੇ ਆ ਆਪਾਂ। ਇਟ ਇਜ਼ ਡਿਫਾਈਨਡ ਐਜ਼ ਅ ਬ੍ਰਾਂਚ ਆਫ ਇੰਜੀਨੀਅਰਿੰਗ ਸਾਇੰਸ ਵਿਚ ਡੀਲਸ ਵਿਦ ਦ ਬਿਹੇਵੀਅਰ ਆਫ ਦ ਫਲੂਇਡ ਅੰਡਰ ਦ ਕੰਡੀਸ਼ਨਸ ਆਫ ਰੈਸਟ ਐਂਡ ਮੋਸ਼ਨ। ਕਿ ਇੱਕ ਇੰਜੀਨੀਅਰਿੰਗ ਸਾਇੰਸ ਦੀ ਉਹ ਬ੍ਰਾਂਚ ਹੈ ਜਿਹੜੀ ਕਿਹਨਾਂ ਡੀਲ ਕਰਦੀ ਹੈ, ਵਿਚ ਡੀਲਸ ਵਿਦ ਦ ਬਿਹੇਵੀਅਰ ਆਫ ਫਲੂਇਡ ਅੰਡਰ ਦ ਕੰਡੀਸ਼ਨਸ ਆਫ ਰੈਸਟ ਐਂਡ ਮੋਸ਼ਨ। ਕਿ ਜਿਹੜਾ ਫਲੂਇਡ ਹੈ, ਠੀਕ ਹੈ, ਉਹਦਾ ਕੀ ਬਿਹੇਵੀਅਰ ਹੈ, ਕੀ ਉਹਦੇ ਵਿੱਚ ਚੇਂਜਸ ਆਉਂਦੀਆਂ, ਠੀਕ ਹੈ, ਜਦੋਂ ਰੈਸਟ ਦੇ ਵਿੱਚ ਹੈ ਜਾਂ ਜਦੋਂ ਮੋਸ਼ਨ ਦੇ ਵਿੱਚ ਹੈ, ਜਦੋਂ ਮੂਵ ਕਰ ਰਿਹਾ ਫਲੂਇਡ ਜਾਂ ਜਦੋਂ ਰੈਸਟ ਦੇ ਵਿੱਚ ਹੈ, ਤਾਂ ਉਹਦਾ ਬਿਹੇਵੀਅਰ, ਠੀਕ ਹੈ, ਉਹ ਸਾਰੀ ਜਿਹੜੀ ਸਟੱਡੀ ਹੈ ਉਹਨੂੰ ਆਪਾਂ ਕਹਿੰਦੇ ਦੈਟ ਇਜ਼ ਦਾ ਫਲੂਇਡ ਮਕੈਨਿਕਸ। ਫਰਦਰ ਫਲੂਇਡ ਮਕੈਨਿਕਸ ਨੂੰ ਤੁਸੀਂ 3 ਪਾਰਟਸ ਦੇ ਵਿੱਚ ਡਿਵਾਈਡ ਕਰ ਦਿੰਦੇ ਹੋ, ਸਟੈਟਿਕਸ, ਕਾਇਨਾਮੈਟਿਕਸ ਐਂਡ ਡਾਇਨਾਮਿਕਸ। ਹੁਣ ਸਟੈਟਿਕਸ ਕੀ ਹੈ, स्टैटिक्स की है स्टडी ऑफ द इनकम्प्रेसिबल फ्लूइड्स अंडर स्टैटिक कंडीशंस इज कॉल्ड हाइड्रोस्टैटिक्स एंड द डीलिंग विद द कंप्रेसिबल स्टैटिक गैसेस इज टर्म्ड एज द एरोस्टैटिक्स। ठीक है, जेडे तो इनकम्प्रेसिबल फ्लूइड्स है अंडर स्टैटिक कंडीशन में रेस्ट कंडीशंस दे विच, ठीक है, उन्होंने आपां कह दिंदे आ दैट इज द हाइड्रोस्टैटिक्स। ठीक है, तो जेडे की है कंप्रेसिबल फ्लूइड्स हैगे है, कंप्रेसिबल जिद्दां स्टैटिक गैसेस है, उन्होंने आप कह दें दैट इज द एरोस्टैटिक्स। काइनामैटिक्स कितना डील करती है, वेलोसिटी के नाल, एक्सलरेशन के नाल, ठीक है, इन्हां सारियां चीज़ों के नाल काइनामैटिक्स डील करती है। ठीक है, पर जिहड़ियां फोर्सिस या एनर्जी उस वेलोसिटी नूं या एक्सलरेशन नूं क्रिएट कर रही हैं, ठीक है, उन्हां नूं आपां कंसीडर नहीं करते काइनामैटिक्स दे विच। ठीक है, वेलोसिटी नूं ਜਿਹੜੀ ਚੀਜ਼ ਵੈਲੋਸਿਟੀ ਨਾਲ ਡੀਲ ਕਰ ਰਹੀ ਹੈ ਜਾਂ ਐਕਸਲਰੇਸ਼ਨ ਨਾਲ ਡੀਲ ਕਰ ਰਹੀ ਹੈ, ਉਹਨੂੰ ਅਸੀਂ ਕਾਇਨਾਮੈਟਿਕਸ ਦੇ ਅੰਦਰ ਕੈਟਾਗਰਾਈਜ਼ ਕਰਦੇ ਹਾਂ। ਪਰ ਜਿਹੜੀ ਕੋਈ ਫੋਰਸ, ਜਿਹੜੀ ਕੋਈ એનર્ਜੀ ਉਸ ਵੈਲੋਸਿਟੀ ਦੇ ਨਾਲ ਡੀਲ ਕਰ ਰਹੀ ਹੈ, ਉਸ ਵੈਲੋਸਿਟੀ ਨੂੰ ਕ੍ਰੀਏਟ ਕਰ ਰਹੀ ਹੈ ਜਾਂ ਐਕਸਲਰੇਸ਼ਨ ਨੂੰ ਕਰ ਰਹੀ ਹੈ, ਠੀਕ ਹੈ, ਉਹ ਫੋਰਸਿਸ ਔਰ એનર્ਜੀ ਨੂੰ ਆਪਾਂ ਇਹਦੇ ਵਿੱਚ ਕੈਟਾਗਰਾਈਜ਼ ਨਹੀਂ ਕਰਦੇ। ਉਹਨੂੰ ਕਿਹ 'ਚ ਕੈਟਾਗਰਾਈਜ਼ ਕਰਾਂਗੇ, ਡਾਇਨਾਮਿਕਸ ਦੇ ਵਿੱਚ। ਇਟ ਡੀਲਸ ਵਿਦ ਦ ਰਿਲੇਸ਼ਨ ਬਿਟਵੀਨ ਦ ਵੈਲੋਸਿਟੀ ਐਂਡ ਐਕਸਲਰੇਸ਼ਨ ਆਫ ਦ ਫਲੂਇਡ taking into account, taking into account the forces or energy causing them। ਕਹਿੰਦਾ velocity or acceleration ਦੇ ਰਿਲੇਸ਼ਨਸ ਕੀ ਹੈਗੇ ਹੈ, ਉਹਦੇ ਨਾਲ ਤਾਂ ਆਪਾਂ ਡੀਲ ਕਰਦੇ ਹਾਂ ਡਾਇਨਾਮਿਕਸ ਦੇ ਵਿੱਚ। ਪਰ ਜਿਹੜੀਆਂ ਫੋਰਸਿਸ ਜਾਂ ਜਿਹੜੀਆਂ એનર્ਜੀ ਉਸ ਚੀਜ਼ ਨੂੰ ਕਾਜ਼ ਕਰ ਰਹੀਆਂ, ਠੀਕ ਹੈ, ਜਿਹੜਾ ਉਹਦਾ ਕਾਰਨ ਹੈ ਉਸ velocity or acceleration ਦਾ, ਠੀਕ ਹੈ, ਉਹ ਕਿਹਦੇ ਅੰਡਰ ਕੈਟਾਗਰਾਈਜ਼ ਕਰਦੇ ਆ, ਡਾਇਨਾਮਿਕਸ ਦੇ ਅੰਦਰ। ਸੋ ਫਲੂਇਡ ਮਕੈਨਿਕਸ ਦੇ ਅੰਡਰ 3 ਪਾਰਟ ਹੋ ਗਏ, ਸਟੈਟਿਕਸ, ਡਾਇਨਾਮਿਕਸ ਐਂਡ ਕਾਇਨਾਮੈਟਿਕਸ। ठीक है जी, अगे आता हाइड्रोलिक्स। द वर्ड हाइड्रोलिक्स इज डिराइव्ड फ्रॉम द ग्रीक वर्ड ह्यूडर। ठीक है, ग्रीक वर्ड ह्यूडर तो बनया हाइड्रोलिक्स, जिसका मतलब की है विच मीनस वाटर, जिसका मतलब है पानी, ग्रीक वर्ड ह्यूडर। हाइड्रोलिक्स इज डिफाइंड एज द ब्रांच ऑफ इंजीनियरिंग साइंस विच डील्स विद द वाटर आइदर एट रेस्ट और इन मोशन। सो हाइड्रोलिक्स की हो गया, किसी भी इंजीनियरिंग साइंस की वो ब्रांच हो गई जिहड़ी डील करती है वाटर के नाल, चाहे वो वाटर रेस्ट है या इन मोशन दे विच। ठीक है, फ्लूइड मैकेनिक्स की है, फ्लूइड मैकेनिक्स विच डील्स विद द बिहेवियर ऑफ द फ्लूइड अंडर कंडीशंस ऑफ रेस्ट एंड मोशन। हाइड्रोलिक्स की है, हाइड्रोलिक्स बनया ह्यूडर तो, ह्यूडर वर्ड तो, जिसका मतलब हुंदा पानी। ठीक है, सो इंजीनियरिंग साइंस की वो ब्रांच है जिहड़ी वाटर दे नाल डील करती है, चाहे वो वाटर रेस्ट दे विच है या वो मोशन दे विच है। ठीक है जी, क्लीयर बेटा इन्नी गल? हाँ जी सर। यस सर। ओके।